TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਉਹ ਖਬਰਾਂ ਕਿਹੜੀਆਂ ਨੇ? ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਜਾਣਕਾਰੀਆਂ। ਜਸ਼ਦੀਪ ਚਾਹਲ ਨੇ ਜੱਜ ਦੀ ਪ੍ਰੀਖਿਆ ਵਿੱਚ ਕੀਤਾ ਟੌਪ। ਪੂਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ। ਪਛੜੇ ਪਿੰਡ ਰੁਖਾਲਾ ਦੀ ਧੀ ਕੈਨੇਡਾ ਦੀ PR ਛੱਡ ਕੇ ਬਣੀ ਦਿੱਲੀ ਵਿੱਚ ਜੱਜ। ਟਰੰਪ ਨੇ ਨਹੀਂ ਮੰਨੀ ਹਾਰ, ਸੁਪਰੀਮ ਕੋਰਟ ਵਿੱਚ ਕੀਤੀ ਪਟੀਸ਼ਨ ਦਾਇਰ। ਭਾਜਪਾ ਦੇ ਪ੍ਰਚਾਰ ਵਾਲੀ ਫੋਟੋ ਵਾਲਾ ਖੁਦ ਕਿਸਾਨਾਂ ਦੇ ਹੱਕ ਵਿੱਚ ਕਰ ਰਿਹਾ ਹੈ ਪ੍ਰਦਰਸ਼ਨ। ਇੱਕ ਵਾਰ ਫਿਰ ਆਈ ਮੰਦਭਾਗੀ ਖਬਰ, ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਕਿਸਾਨ ਦੀ ਹੋਈ ਮੌਤ। ਦਿੱਲੀ ਅੰਦੋਲਨ ਵਿੱਚ ਇੱਕ ਕਿਸਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼। ਗੱਲਬਾਤ ਲਈ ਤਿਆਰ, ਪਰ ਸਰਕਾਰ ਕੋਈ ਠੋਸ ਹੱਲ ਦੱਸੇ, ਕਿਸਾਨ ਆਗੂ। ਪ੍ਰਧਾਨ ਮੰਤਰੀ ਮੋਦੀ ਨੇ ਸੰਭਾਲੀ ਖੁਦ ਕਮਾਨ। 25 ਦਸੰਬਰ ਨੂੰ ਕਰਨਗੇ ਕਿਸਾਨਾਂ ਨਾਲ ਗੱਲਬਾਤ। ਫਰੀਦਕੋਟ ਤੋਂ ਸਾਈਕਲ ਚਲਾ ਕੇ ਕਿਸਾਨ ਅੰਦੋਲਨ ਵਿੱਚ ਪਹੁੰਚਿਆ ਪਾਲ ਸੰਧੂ। ਦੋਸਤੋ, ਆਹ ਕੁਝ ਖਬਰਾਂ ਨੇ, ਕੁਝ ਚੰਗੀਆਂ ਵੀ ਨੇ, ਕੁਝ ਮੰਦੀਆਂ ਵੀ ਨੇ। ਹਰ ਇੱਕ ਤਰ੍ਹਾਂ ਦੀ ਖਬਰ ਜਿਹੜੇ ਬੀਤੇ ਕੁਝ ਘੰਟਿਆਂ ਵਿੱਚ ਘਟਨਾ ਵਾਪਰੀ ਹੈ, ਉਹ ਤੁਹਾਡੇ ਰੂਬਰੂ ਕਰਨ ਦੀ ਇਸ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗਾ। ਇਸ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਨੂੰ ਵਿਸਥਾਰ ਦੇ ਨਾਲ ਵਿਚਾਰਾਂ, ਤੁਹਾਨੂੰ ਅਪੀਲ ਹੈ ਕਿ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਆਓ ਕੁਝ ਚੰਗੀਆਂ ਤੇ ਕੁਝ ਮੰਦੀਆਂ ਜਿਹੜੀਆਂ ਘਟਨਾਵਾਂ ਘਟੀਆਂ ਨੇ ਖਬਰਾਂ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੀਏ। ਦੋਸਤੋ, ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਹਰੀਗੜ੍ਹ। ਹਰੀਗੜ੍ਹ ਦੇ ਰਹਿਣ ਵਾਲਾ ਇੱਕ ਪਰਿਵਾਰ ਹੈ, ਕਿਸਾਨ ਪਰਿਵਾਰ। ਕਿਸਾਨ ਪਰਿਵਾਰ ਦੇ ਬੇਟੇ ਜਸ਼ਦੀਪ ਚਾਹਲ ਨੇ ਦਿੱਲੀ ਕਾਨੂੰਨੀ ਸੇਵਾ ਪ੍ਰੀਖਿਆ DJSC ਉਹਦੇ ਵਿੱਚ ਟੌਪ ਦਾ ਸਥਾਨ ਪ੍ਰਾਪਤ ਕੀਤਾ। ਚੋਟੀ ਦਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਦਾ, ਆਪਣੇ ਪ੍ਰਦੇਸ਼ ਹਰਿਆਣਾ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਜਸ਼ਦੀਪ ਚਾਹਲ ਦੀ ਪ੍ਰਾਪਤੀ ਤੇ ਪੂਰੇ ਪਿੰਡ ਦੇ ਵਿੱਚ ਵਿਆਹ ਵਰਗਾ ਜਸ਼ਨਾਂ ਵਾਲਾ ਮਾਹੌਲ ਹੈ। ਪਿੰਡ ਦੇ ਲੋਕਾਂ ਨੇ ਜਸ਼ਦੀਪ ਦੇ ਘਰ ਪਹੁੰਚ ਕੇ ਐਨ ਖੁੱਲ੍ਹੇ ਦਿਲ ਨਾਲ ਵਧਾਈਆਂ ਦਿੱਤੀਆਂ ਨੇ। ਮੁੰਡਾ ਜੱਜ ਬਣਿਆ ਬਈ। ਜਾਣਕਾਰੀ ਮਿਲੀ ਹੈ ਕਿ ਪਹਿਲਾਂ ਜਸ਼ਦੀਪ ਪਾਇਲਟ ਲਈ ਵੀ ਚੁਣਿਆ ਜਾ ਚੁੱਕਿਆ ਸੀ। ਜਸ਼ਦੀਪ ਦੇ ਪਿਤਾ ਜੋਗਿੰਦਰ ਚਾਹਲ ਖੁਦ HAU ਹਿਸਾਰ ਵਿੱਚ ਤੈਨਾਤ ਨੇ ਅਤੇ ਉਹਨਾਂ ਦੀ ਮਾਂ ਸੁਨੀਤਾ ਅਧਿਆਪਕਾ ਹਨ। ਯੋਗਿੰਦਰ ਚਾਹਲ ਨੇ ਦੱਸਿਆ ਕਿ ਜਸ਼ਦੀਪ ਨੇ 12ਵੀਂ ਤੱਕ ਦੀ ਸਿੱਖਿਆ ਕੁਰੂਕਸ਼ੇਤਰ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹਨਾਂ ਨੇ NDA ਵਿੱਚ ਸਫਲਤਾ ਹਾਸਲ ਕੀਤੀ ਅਤੇ ਪਾਇਲਟ ਲਈ ਚੁਣੇ ਗਏ, ਪਰ ਕਿਸੇ ਮੈਡੀਕਲ ਸਮੱਸਿਆ ਦੇ ਕਾਰਨ ਉਹਨਾਂ ਦੀ ਨਿਯੁਕਤੀ ਨਾ ਹੋ ਸਕੀ। ਉਹਨਾਂ ਨੇ ਇਹ ਵੀ ਦੱਸਿਆ ਕਿ ਅਸਲ ਦੇ ਵਿੱਚ ਜੇਕਰ ਇਨਸਾਨ ਮਿਹਨਤ ਕਰਦਾ ਰਹੇ ਤੇ ਟੀਚਾ ਨਿਸ਼ਾਨਾ ਮਿੱਥਿਆ ਹੋਵੇ ਤੇ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲੀ ਕੋਸ਼ਿਸ਼ ਦੇ ਵਿੱਚ ਪਾਸ ਕੀਤੀ ਪ੍ਰੀਖਿਆ ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਜਸ਼ਦੀਪ ਨੇ ਫਿਰ ਦਿੱਲੀ ਯੂਨੀਵਰਸਿਟੀ ਦੇ ਵੱਲੋਂ BSc ਫਿਜ਼ਿਕਸ ਆਨਰਜ਼ ਪਾਸ ਕੀਤਾ। ਸਾਲ 2016 ਵਿੱਚ ਜਸ਼ਦੀਪ ਨੇ ਦਿੱਲੀ ਯੂਨੀਵਰਸਿਟੀ ਤੋਂ LLB ਵਿੱਚ ਦਾਖਲਾ ਲੈ ਲਿਆ। ਇਸ ਨੂੰ ਪਾਸ ਕਰਨ ਤੋਂ ਬਾਅਦ ਦਿੱਲੀ ਕਾਨੂੰਨੀ ਸੇਵਾ ਦੀ ਤਿਆਰੀ ਵਿੱਚ ਉਹਨੇ ਆਪਣਾ ਸਾਰਾ ਤਨ ਮਨ ਝੋਕ ਦਿੱਤਾ। ਚਾਹਲ ਨੇ ਦੱਸਿਆ ਕਿ ਜਸ਼ਦੀਪ ਨੇ ਪਹਿਲੀ ਹੀ ਕੋਸ਼ਿਸ਼ ਦੇ ਵਿੱਚ ਦਿੱਲੀ ਕਾਨੂੰਨੀ ਸੇਵਾ ਦੀ ਪ੍ਰੀਖਿਆ ਦੇ ਵਿੱਚ ਚੋਟੀ ਦਾ ਸਥਾਨ ਹਾਸਲ ਕਰਕੇ ਪਿੰਡ ਦਾ, ਮਾਪਿਆਂ ਦਾ ਅਤੇ ਹਰਿਆਣਾ ਦਾ ਨਾਮ ਰੌਸ਼ਨ ਕਰ ਦਿੱਤਾ। ਜਦੋਂ ਹਰਿਆਣੇ ਵਾਲੇ ਪਾਸਿਓਂ ਇਹ ਖਬਰ ਆਈ ਤੇ ਪੰਜਾਬ ਦੇ ਵਿੱਚੋਂ ਵੀ ਇਸੇ ਤਰ੍ਹਾਂ ਦੀ ਇੱਕ ਖਬਰ ਸਾਂਝੀ ਆਈ ਹੈ। ਇੱਕ ਪਛੜਿਆ ਹੋਇਆ ਪਿੰਡ ਹੈ ਰੁਖਾਲਾ, ਉੱਥੇ ਦੀ ਧੀ, ਉਹਨੇ ਵੀ ਨਾਮ ਰੌਸ਼ਨ ਕਰ ਦਿੱਤਾ। ਅਸਲ ਦੇ ਵਿੱਚ ਇਹ ਮੁਟਿਆਰ ਕੈਨੇਡਾ ਦੀ PR ਸੀ, ਪੱਕੀ ਰਿਹਾਇਸ਼ ਸੀ। ਛੱਡ ਕੇ ਰੁਖਾਲਾ ਦੀ ਧੀ ਵਿਨਰਜੀਤ ਕੌਰ ਸੱਚੀ ਵਿਨਰ ਬਣ ਗਈ ਹੈ। ਆ ਦਿੱਲੀ ਜੁਡੀਸ਼ੀਅਲ ਦੇ ਇਮਤਿਹਾਨ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਚੁਣੀ ਗਈ ਹੈ। ਜੱਜ ਬਣਨ ਤੋਂ ਬਾਅਦ ਪਿੰਡ ਰੁਖਾਲਾ ਪਹੁੰਚੀ ਵਿਨਰਜੀਤ ਨੇ ਦੱਸਿਆ ਕਿ ਉਸਨੇ ਮੁੱਢਲੀ ਸਿੱਖਿਆ ਸ਼ਿਮਲਾ ਅਤੇ ਹਿਸਾਰ ਦੇ ਵਿੱਚੋਂ ਲਈ। ਸਾਲ 2008 ਵਿੱਚ DAV ਸਕੂਲ ਚੰਡੀਗੜ੍ਹ ਵਿੱਚੋਂ ਆਲ ਇੰਡੀਆ DAV ਸਕੂਲ ਵਿੱਚੋਂ 12ਵੀਂ ਜਮਾਤ ਇਤਿਹਾਸ ਦੇ ਵਿਸ਼ੇ ਵਿੱਚ ਪਹਿਲੇ ਸਥਾਨ 'ਤੇ ਰਹਿ ਕੇ ਪ੍ਰਾਪਤ ਕਰਕੇ ਐਨ ਪਾਸ ਕਰਿਆ। ਉਸ ਤੋਂ ਬਾਅਦ BA MSc ਮੇਹਰ ਚੰਦ ਮਹਾਜਨ ਕਾਲਜ ਚੰਡੀਗੜ੍ਹ ਤੋਂ ਸਾਲ 2011 ਵਿੱਚ ਪਾਸ ਕੀਤੀ। ਉਹ ਪੰਜਾਬੀ ਵਿਸ਼ੇ ਵਿੱਚ ਇੱਕ ਵਾਰ ਟੈਸਟ ਦੇਣ ਮਗਰੋਂ ਪ੍ਰੀਖਿਆ ਪਾਸ ਨਹੀਂ ਸੀ ਕਰ ਸਕੀ। ਦਿੱਲੀ ਵਿੱਚ ਉਸਨੇ ਦੋ ਵਾਰ ਨਾਕਾਮ ਰਹਿਣ ਤੋਂ ਬਾਅਦ, ਕਿਉਂਕਿ ਆਹ ਗੱਲਾਂ ਸਾਨੂੰ ਕੁਝ ਨਾ ਕੁਝ ਸਿਖਾਉਂਦੀਆਂ ਨੇ। ਕਈ ਵਾਰੀ ਅਸੀਂ ਪਹਿਲੀ ਵਾਰੀ ਕੋਈ ਇਮਤਿਹਾਨ ਦਿੰਦੇ ਹਾਂ, ਪਾਸ ਨਹੀਂ ਹੁੰਦੇ, ਢੇਰੀ ਢਾਹ ਕੇ ਬਹਿ ਜਾਂਦੇ ਹਾਂ। ਦਿੱਲੀ ਦੇ ਵਿੱਚ 2 ਵਾਰ ਇਮਤਿਹਾਨ ਦਿੱਤਾ, ਨਹੀਂ ਪਾਸ ਹੋਏ, ਪਰ ਕੋਸ਼ਿਸ਼ ਕਰਦੀ ਰਹੀ, ਹਾਰ ਨਹੀਂ ਮੰਨੀ ਤੇ ਆ ਤੀਸਰੀ ਵਾਰ ਕਾਮਯਾਬ ਹੋ ਗਈ ਹੈ।
ਵਿਨਰਜੀਤ ਦੇ ਮੁਤਾਬਕ ਉਸਨੇ ਸਾਲ 2016 ਵਿੱਚ ਦਿੱਲੀ ਤੋਂ ਪ੍ਰੀਖਿਆ ਦੀ ਕੋਚਿੰਗ ਲਈ ਉਹ ਦਿਨ ਦੇ ਵਿੱਚ 14 ਤੋਂ 15 ਘੰਟੇ ਪੜ੍ਹਾਈ ਕਰਿਆ ਕਰਦੀ ਸੀ। ਵਿਨਰਜੀਤ ਦੇ ਪਿਤਾ ਗੁਰਲਾਲ ਸਿੰਘ ਨੇ ਪੋਲੀਟੀਕਲ ਸਾਇੰਸ ਦੇ ਵਿੱਚ MA ਪਾਸ ਕੀਤੀ ਹੋਈ ਹੈ ਅਤੇ ਮਾਤਾ ਰਾਜਵੀਰ ਕੌਰ BA ਪਾਸ ਨੇ। ਉਸਨੇ ਦੱਸਿਆ ਕਿ ਬਚਪਨ ਵਿੱਚ ਅਦਾਲਤ ਦੇਖਣ ਦੀ ਤਾਂਘ ਬਹੁਤ ਹੁੰਦੀ ਸੀ ਅਤੇ ਅਕਸਰ ਆਪਣੇ ਪਿਤਾ ਜੀ ਨੂੰ ਕਚਹਿਰੀ ਦਿਖਾਉਣ ਲਈ ਜਿੱਦ ਵੀ ਕਰਦੀ ਹੁੰਦੀ ਸੀ, ਪਰ ਪਿਤਾ ਜੀ ਹਮੇਸ਼ਾ ਇਹੋ ਹੀ ਆਖਦੇ ਸਨ ਕਿ ਰੱਬ ਕਿਸੇ ਨੂੰ ਅਦਾਲਤ, ਕਚਹਿਰੀ, ਡਾਕਟਰ ਦੇ ਕੋਲ ਲੈ ਕੇ ਨਾ ਜਾਵੇ। ਉਸ ਦਾ ਭਰਾ BA ਪਾਸ ਹੈ ਅਤੇ ਅੱਜ ਕੱਲ੍ਹ ਆਪਣੇ ਪਰਿਵਾਰ ਦੇ ਸਮੇਤ ਕੈਨੇਡਾ ਵਿੱਚ ਰਹਿੰਦਾ ਹੈ। ਵਿਨਰਜੀਤ ਮੁਤਾਬਕ ਮਾਪਿਆਂ ਤੋਂ ਇਲਾਵਾ ਉਸ ਦੀ ਭਰਜਾਈ ਸਤਵੀਰ ਕੌਰ ਦੀ ਮਦਦ ਦੇ ਸਦਕਾ ਅੱਜ ਉਹ ਜੱਜ ਬਣਨ ਵਿੱਚ ਕਾਮਯਾਬ ਹੋ ਗਈ ਹੈ। ਤੁਸੀਂ ਦੇਖੋ ਕਿ ਜੇਕਰ ਜਸ਼ਦੀਪ ਦੀ ਮੈਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਵਿਨਰਜੀਤ, ਦੋਵਾਂ ਨੇ ਅੱਜ ਇਤਿਹਾਸ ਰਚਿਆ। ਇੱਕ ਹਰਿਆਣਾ ਦੇ ਵਿੱਚੋਂ ਜੱਜ ਬਣਿਆ ਤੇ ਦੂਸਰੀ ਇਹ ਮੁਟਿਆਰ ਪੰਜਾਬ ਦੇ ਵਿੱਚੋਂ ਜੱਜ ਦਿੱਲੀ ਦੇ ਵਿੱਚ ਬਣ ਗਈ ਹੈ। ਸੋ ਇੱਥੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ, ਲਾਇਕ ਹੋਣ, ਪੁੱਤ ਤੇ ਧੀ ਦੇ ਦਰਮਿਆਨ ਕੋਈ ਫਰਕ ਨਹੀਂ ਰਿਹਾ। ਧੀਆਂ ਨੂੰ ਵੀ ਪੁੱਤਾਂ ਵਾਂਗੂ ਪਿਆਰ ਕਰੀਏ। ਪੁੱਤ ਤੇ ਧੀ ਅੱਜ ਕੋਈ ਮਾਇਨੇ ਨਹੀਂ ਰੱਖਦੇ ਕਿ ਇਹ ਪੁੱਤਰ ਹੈ ਜਾਂ ਇਹ ਧੀ ਹੈ, ਪਰ ਹਾਂ ਹੋਣ ਚੰਗੇ। ਅਗਲੀ ਖਬਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਾਡੇ ਗੁਆਂਢੀ ਮੁਲਕ ਅਮਰੀਕਾ ਦੀ ਹੈ। ਤੁਹਾਨੂੰ ਯਾਦ ਹੋਣਾ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਵੀ ਹੋ ਚੁੱਕੀਆਂ ਨੇ, ਨਤੀਜੇ ਵੀ ਆ ਚੁੱਕੇ ਆ, ਪਰ ਕਹਿੰਦੇ ਮੈਂ ਨਹੀਂ ਵੀ ਮੰਨਦਾ ਮੈਂ ਹਾਰਿਆ। ਹੁਣ ਰਾਸ਼ਟਰਪਤੀ ਟਰੰਪ ਦੀ ਚੋਣ ਮੁਹਿੰਮ ਕਮੇਟੀ ਬੀਤੇ 3 ਨਵੰਬਰ ਨੂੰ ਜਿਹੜੀ ਚੋਣ ਹੋਈ ਸੀ ਉਹਨਾਂ ਦੇ ਨਤੀਜਿਆਂ ਨੂੰ ਬਦਲਾਉਣ ਦੇ ਵਾਸਤੇ ਆਪਣੇ ਯਤਨ ਜਾਰੀ ਰੱਖ ਰਹੀ ਹੈ। ਕਮੇਟੀ ਨੇ ਕਿਹਾ ਕਿ ਉਸਨੇ ਇਸ ਸਬੰਧ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕਰ ਦਿੱਤੀ ਹੈ। ਪਟੀਸ਼ਨ ਵਿੱਚ ਪੈਨਸਿਲਵੇਨੀਆ ਸੁਪਰੀਮ ਕੋਰਟ ਦੇ ਵੱਲੋਂ ਦਿੱਤੇ ਗਏ 3 ਫੈਸਲਿਆਂ ਨੂੰ ਖਾਰਜ ਕਰਨ ਅਤੇ ਪੈਨਸਿਲਵੇਨੀਆ ਜਨਰਲ ਅਸੈਂਬਲੀ ਨੂੰ ਖੁਦ ਆਪਣਾ ਇਲੈਕਟੋਰਲ ਕਾਲਜ ਚੁਣਨ ਦੀ ਆਗਿਆ ਦੇਣ ਦੀ ਅਪੀਲ ਕੀਤੀ ਗਈ ਹੈ। ਹਾਲਾਂਕਿ ਜਿਹੜੇ ਚੋਣ ਮਾਹਰ ਉਹ ਇਹ ਮੰਨਦੇ ਹੈ ਕਿ ਬਾਈਡਨ ਅਤੇ ਟਰੰਪ ਵਿਚਕਾਰ ਜਿੱਤ ਦਾ ਇੰਨਾ ਫਰਕ ਹੈ, ਇੰਨਾ ਫਾਸਲਾ ਹੈ ਕਿ ਜੇਕਰ ਪੈਨਸਿਲਵੇਨੀਆ ਦੇ ਇਲੈਕਟੋਰਲ ਕਾਲਜ ਨੂੰ ਬਾਹਰ ਵੀ ਕੱਢ ਦਿੱਤਾ ਜਾਵੇ ਤਾਂ ਵੀ ਚੋਣ ਨਤੀਜਿਆਂ ਦੇ ਵਿੱਚ ਕੋਈ ਫਰਕ ਪੈਣ ਵਾਲਾ ਨਹੀਂ। ਪਰ ਟਰੰਪ ਦੇ ਵਕੀਲ ਨੇ ਰੂਡੀ ਗੁਲਿਆਨੀ, ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੋਂ ਇਸ ਮਾਮਲੇ ਦੀ 6 ਜਨਵਰੀ ਤੋਂ ਪਹਿਲਾਂ ਸੁਣਵਾਈ ਲਈ ਅਪੀਲ ਕੀਤੀ ਹੈ, ਕਿਉਂਕਿ 6 ਜਨਵਰੀ ਨੂੰ ਬਾਈਡਨ ਦੀ ਚੋਣ ਤੇ ਆਖਰੀ ਮੁਹਰ ਲੱਗਣੀ ਹੈ। ਹਾਲਾਂਕਿ ਸੁਪਰੀਮ ਕੋਰਟ ਨਾਲ ਜੁੜੇ ਸੂਤਰਾਂ ਦੇ ਮੁਤਾਬਕ ਜੱਜਾਂ ਨੇ ਸੁਣਵਾਈ ਦੀ ਤਰੀਕ ਹਾਲੇ ਨਿਸ਼ਚਿਤ ਨਹੀਂ ਕੀਤੀ। ਦੱਸਣਾ ਬਣਦਾ ਕਿ ਟਰੰਪ ਕੰਪੇਨ ਹੁਣ ਤੱਕ ਹੋਈਆਂ ਚੋਣਾਂ ਦੇ ਵਿੱਚ ਧੋਖਾਧੜੀ ਨਾਲ ਜੁੜੇ ਘੱਟ ਤੋਂ ਘੱਟ 50 ਮੁਕੱਦਮੇ ਦਾਇਰ ਕਰ ਚੁੱਕੀ ਹੈ। ਹਾਲਾਂਕਿ ਇਸ ਸਬੰਧ ਵਿੱਚ ਕੋਈ ਨਾ ਸਬੂਤ ਮਿਲਣ ਦੇ ਕਾਰਨ ਅਦਾਲਤ ਲਗਭਗ ਸਾਰੇ ਮੁਕੱਦਮਿਆਂ ਨੂੰ ਹੁਣ ਤੱਕ ਖਾਰਜ ਕਰ ਚੁੱਕੀ ਹੈ। ਪਰ ਆਹ ਜਿਹੜਾ ਤੀਰ ਛੱਡਿਆ ਨਾ ਰਾਸ਼ਟਰਪਤੀ ਟਰੰਪ ਨੇ, ਮੈਨੂੰ ਲੱਗਦਾ ਕਿ ਇਹ ਆਖਰੀ ਤੀਰ ਹੈ। ਹਾਲੇ ਤੱਕ ਵੀ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਕਿ ਮੈਂ ਹਾਰਿਆ ਨਹੀਂ, ਮੈਂ ਜਿੱਤਿਆ। ਹੁਣ ਉਹਨਾਂ ਨੂੰ ਰਾਸ਼ਟਰਪਤੀ ਅਹੁਦਾ ਛੱਡਣਾ ਔਖਾ ਜਾਪ ਰਿਹਾ। ਹੁਣ ਦੇਖਦੇ ਹਾਂ ਕਿ ਰਾਸ਼ਟਰਪਤੀ ਟਰੰਪ ਦਾ ਇਹ ਆਖਰੀ ਦਾ ਉਹਨਾਂ ਦੇ ਹੱਕ ਵਿੱਚ ਬੈਠਦਾ ਫਿੱਟ ਜਾਂ ਨਹੀਂ। ਪਰ ਹਾਲ ਦੀ ਘੜੀ ਵੀ ਉਹ ਆਪਣੀ ਹਾਰ ਕਬੂਲ ਨਹੀਂ ਕਰ ਰਹੇ, ਬਾਈਡਨ ਦੀ ਜਿੱਤ ਨੂੰ ਤਸਲੀਮ ਨਹੀਂ ਕਰ ਰਹੇ। ਵੇਖਦੇ ਹਾਂ ਕਿ ਮਾਨਯੋਗ ਅਦਾਲਤ ਰਾਸ਼ਟਰਪਤੀ ਟਰੰਪ ਦੀ ਦਾਇਰ ਇਸ ਪਟੀਸ਼ਨ ਦੇ ਉੱਤੇ ਕੀ ਫੈਸਲਾ ਲੈਂਦੀ ਹੈ। ਤੇ ਅਗਲੀ ਖਬਰ ਬਹੁਤ ਅਹਿਮ ਖਬਰ ਹੈ। ਤੁਹਾਨੂੰ ਬੀਤੇ ਦਿਨਾਂ ਤੋਂ ਖਬਰ ਸਾਂਝੀ ਕਰਦੇ ਆ ਰਹੇ ਹਾਂ ਕਿ ਵੱਖੋ-ਵੱਖ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਇਸ਼ਤਿਹਾਰ ਦਿੱਤੇ ਜਾ ਰਹੇ ਨੇ ਕਿ ਜਿਹੜਾ ਇਹ ਕਿਸਾਨਾਂ ਦੇ ਅੰਦੋਲਨ ਚੱਲ ਰਹੇ ਨੇ ਤੇ ਉਹਦੇ ਵਿਰੋਧ ਦੇ ਵਿੱਚ ਜਾਂ ਇਹ ਕਹਿ ਦਈਏ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਦੱਸਣ ਦੇ ਵਾਸਤੇ ਕੁਝ ਇਸ਼ਤਿਹਾਰ ਦਿੱਤੇ ਜਾ ਰਹੇ ਨੇ। ਹੁਣ ਸਮੁੱਚੇ ਭਾਰਤ ਦਾ ਕਿਸਾਨ ਮੋਰਚਾ ਲਾਈ ਬੈਠਾ, ਬਾਰਡਰਾਂ ਤੇ ਡਟਿਆ ਬੈਠਾ, ਦਿੱਲੀ ਦੇ ਆਲੇ ਦੁਆਲੇ ਬੈਠਾ। ਦੇਸ਼ ਭਰ ਦੇ ਕਿਸਾਨ ਵੱਡੀ ਗਿਣਤੀ ਵਿੱਚ ਰੋਜ਼ਾਨਾ ਦਿੱਲੀ ਧਰਨੇ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਹੈ ਤੇ ਇਹ ਧਰਨਾ ਕੇਂਦਰ ਸਰਕਾਰ ਦੀ BJP ਜਿਹੜੀ ਕਾਨੂੰਨ ਲੈ ਕੇ ਆਈ ਹੈ ਉਹਦੇ ਖਿਲਾਫ ਹੈ। ਹੁਣ BJP ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਵੱਖੋ-ਵੱਖ ਤਰੀਕੇ ਅਖਤਿਆਰ ਕੀਤੇ ਜਾ ਰਹੇ ਹੈ, ਭਾਵੇਂ ਉਹ ਗੱਲਬਾਤ ਦਾ ਹੋਵੇ ਜਾਂ ਚਿੱਠੀਆਂ ਭੇਜਣ ਦਾ ਹੋਵੇ। ਹੁਣ ਇੱਕ ਅਜਿਹਾ ਹੀ ਨਵਾਂ ਤਰੀਕਾ ਅਖਤਿਆਰ ਕੀਤਾ ਜਾ ਸਕਿਆ ਹੈ, ਉਹ ਇਹ ਹੈ ਕਿ BJP ਪੰਜਾਬ ਦੇ ਅਧਿਕਾਰਤ ਫੇਸਬੁੱਕ ਪੇਜ ਦੇ ਉੱਤੇ ਪੰਜਾਬੀ ਮਾਡਲ ਨੇ ਹਰਪ੍ਰੀਤ ਸਿੰਘ ਹਾਰਪ ਉਹਨਾਂ ਦੀ ਫੋਟੋ ਅਪਲੋਡ ਕਰਕੇ ਇੱਕ ਪੋਸਟ ਪਾਈ ਗਈ ਹੈ, ਜਿਸ ਵਿੱਚ MSP ਅਤੇ ਹੋਰ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਆ ਜਿਹੜੇ ਨਿਯਮ ਨੇ, ਆ ਕਾਨੂੰਨ ਨੇ, ਉਹਨਾਂ ਦੇ ਬਾਰੇ ਲਿਖਿਆ ਗਿਆ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਨੇ। ਤੇ ਇਸ ਪੋਸਟ ਬਾਰੇ ਹਾਰਪ ਫਾਰਮਰ ਨੇ ਫਿਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਹਾਰਪ ਫਾਰਮਰ ਨੇ ਇੱਕ ਆਡੀਓ ਜਾਰੀ ਕਰਦੇ ਹੋਏ ਕਿਹਾ ਕਿ ਮੇਰੀ ਤਸਵੀਰ ਭਾਜਪਾ ਦੇ ਵੱਲੋਂ ਮੇਰੇ ਪੁੱਛੇ ਬਗੈਰ ਇਸ ਪੋਸਟ ਵਿੱਚ ਵਰਤੀ ਗਈ ਹੈ।
इस फोटो ਨੂੰ ਵਰਤਣ ਤੋਂ ਪਹਿਲਾਂ ਭਾਜਪਾ ਵੱਲੋਂ ਮੇਰੇ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਜਾਂ ਆਗਿਆ ਨਹੀਂ ਲਈ ਗਈ। ਜਦੋਂ ਕਿ ਦਿੱਲੀ ਤੋਂ ਜਿਹੜਾ ਮੋਰਚਾ ਲੱਗਿਆ ਹੋਇਆ ਕਿਸਾਨ ਜਿਹੜੇ ਧਰਨੇ ਤੇ ਬੈਠੇ ਨੇ ਉਹ ਕਹਿੰਦੇ ਮੈਂ ਤਾਂ ਲਗਾਤਾਰ ਉਦੋਂ ਤੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਚਾਰ ਕਰ ਰਿਹਾ। ਜਦੋਂ ਮੈਂ ਖੁਦ ਇਸ ਪੋਸਟ ਨੂੰ ਦੇਖਿਆ ਤੇ ਕਹਿੰਦੇ ਮੈਂ ਖੁਦ ਹੈਰਾਨ ਵੀ ਸੀ ਤੇ ਮੈਨੂੰ ਦੁੱਖ ਵੀ ਲੱਗਿਆ। ਹਰਪ੍ਰੀਤ ਸਿੰਘ ਨੇ ਇਹ ਫੋਟੋ ਤੋਂ ਬਾਅਦ ਦੇਖਣ ਤੋਂ ਬਾਅਦ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ। ਦੱਸਣਾ ਬਣਦਾ ਕਿ ਹਰਪ੍ਰੀਤ ਸਿੰਘ ਬਨਾਮ ਹਾਰਪ ਫਾਰਮਰ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਅਤੇ ਦਿੱਲੀ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਵੀਡੀਓ ਉਹਨਾਂ ਦੇ ਆਪਣੇ ਫੇਸਬੁੱਕ ਪੇਜ ਤੇ ਦੇਖੇ ਜਾ ਸਕਦੇ ਨੇ, ਕਿਉਂਕਿ ਅਕਸਰ ਉਹ ਸਾਂਝੀਆਂ ਕਰਦੇ ਰਹਿੰਦੇ ਆ, ਭਾਵ ਉਹ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ। ਹਾਰਪ ਫਾਰਮਰ ਨੇ ਇਹ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਪਹਿਲਾਂ ਵੀ, ਪਹਿਲੀ ਵਾਰੀ ਨਹੀਂ, ਉਹ ਕਹਿੰਦਾ ਪਹਿਲਾਂ ਵੀ ਉਹਨਾਂ ਦੀਆਂ ਕਈ ਵਾਰੀ ਫੋਟੋਆਂ ਦੀ ਗਲਤ ਵਰਤੋਂ ਹੋਈ ਹੈ ਅਤੇ ਉਸ ਨੂੰ ਬਿਨਾਂ ਪੁੱਛੇ ਕਈ ਇਸ਼ਤਿਹਾਰ ਦੇਣ ਵਾਲੀਆਂ ਕੰਪਨੀਆਂ ਉਹਨਾਂ ਦੀ ਤਸਵੀਰ ਨੂੰ ਵਰਤ ਲੈਂਦੀਆਂ ਨੇ। ਪਰ ਇਸ ਵਾਰ ਤੱਕ ਕਹਿੰਦੇ ਹੱਦ ਨਹੀਂ, ਹੱਦ ਤੋਂ ਵੱਧ ਹੋ ਗਈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਜਿਹੜੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਵਾਸਤੇ ਦਿਨ ਰਾਤ ਕਿਸਾਨੀ ਸੰਘਰਸ਼ ਕਰ ਰਹੇ ਯੋਧਿਆਂ ਦੇ ਨਾਲ ਮੈਂ ਖੁਦ ਵੀ ਡਟਿਆ ਹੋਇਆ ਤੇ ਉਹਨਾਂ ਨੂੰ ਸਹੀ ਦਿਖਾਉਣ ਦੇ ਵਾਸਤੇ ਜਿਹੜਾ ਪ੍ਰਚਾਰ ਭਾਜਪਾ ਵੱਲੋਂ ਕੀਤਾ ਜਾ ਰਿਹਾ ਹੈ, ਬੀਜੇਪੀ ਪੰਜਾਬ ਦੇ ਅਧਿਕਾਰਤ ਪੇਜ ਤੇ ਮੇਰੀ ਫੋਟੋ ਦਾ ਸਹਾਰਾ ਲਿਆ ਜਾ ਰਿਹਾ ਹੈ। ਉਸਨੇ ਖਦਸ਼ਾ ਜ਼ਾਹਿਰ ਕੀਤਾ ਕਿ ਇਹ ਸਭ ਉਸਦੀ ਸਾਖ ਨੂੰ ਢਾਹ ਲਾਉਣ ਵਾਸਤੇ ਕੀਤਾ ਜਾ ਰਿਹਾ ਹੈ। ਉਹਨਾਂ ਨੇ ਇੱਕ ਵਾਰੀ ਫੇਰ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ, ਮੈਂ ਕਿਸਾਨਾਂ ਦੇ ਹੱਕ ਵਿੱਚ ਖੜਾ, ਮੈਂ ਤਾਂ ਦਿੱਲੀ ਮੋਰਚੇ ਦੇ ਉੱਤੇ ਕਈ ਵਾਰੀ ਹਾਜ਼ਰੀ ਭਰ ਚੁੱਕਿਆ। ਤੇ ਫਿਰ ਆ ਭਾਜਪਾ ਪੰਜਾਬ ਵਾਲਿਆਂ ਨੇ ਮੇਰੀ ਫੋਟੋ ਵਰਤ ਕੇ ਮੇਰੀ ਆਗਿਆ ਤੋਂ ਬਗੈਰ ਮੇਰੀ ਸਾਖ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਮੰਦਭਾਗੀ ਹੈ। ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਕਿਸਾਨਾਂ ਨੂੰ ਵਰਗਲਾਉਣ ਦਾ ਦੱਸਿਆ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਵਰਗਲਾ ਰਹੀਆਂ ਨੇ ਤੇ ਆਪ ਜਿਹੜੇ ਇਸ਼ਤਿਹਾਰ ਦੇ ਰਹੀਆਂ ਨੇ, ਜਿਨ੍ਹਾਂ ਦੀਆਂ ਫੋਟੋਆਂ ਵਰਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਪੁੱਛਿਆ ਤੱਕ ਨਹੀਂ ਜਾ ਰਿਹਾ। ਤੇ ਹੁਣ ਅਗਲੀ ਖਬਰ ਬੜੀ ਮੰਦਭਾਗੀ ਜੀ ਖਬਰ ਹੈ। ਬੀਤੇ ਦਿਨਾਂ ਦੇ ਵਿੱਚ ਵੀ ਖਬਰਾਂ ਆਈਆਂ ਨੇ ਕਿ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਕਿਸਾਨਾਂ ਦੀਆਂ ਜਾਨਾਂ ਇਸ ਅੰਦੋਲਨ ਦੌਰਾਨ ਚਲੇ ਗਈਆਂ ਜਾਂ ਆਪਾਂ ਆਖੀਏ ਕਿ ਕੁਰਬਾਨ ਹੋ ਗਈਆਂ। ਹੁਣ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ, 26-27 ਦਿਨ ਹੋ ਚੁੱਕੇ ਹੈ। ਜਾਣਕਾਰੀ ਮਿਲ ਰਹੀ ਹੈ ਕਿ ਨਾਭੇ ਦੇ ਨੇੜੇ ਪੈਂਦਾ ਪਿੰਡ ਬਲਦ ਕਲਾਂ, ਉੱਥੋਂ ਦੇ ਕਿਸਾਨ ਹਾਕਮ ਸਿੰਘ ਦੀ ਮੌਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਨੇ ਬਲਾਕ ਸਕੱਤਰ ਸੁਖਦੇਵ ਸਿੰਘ ਬਲਦ ਕਲਾਂ ਨੇ ਦੱਸਿਆ ਕਿ ਹਾਕਮ ਸਿੰਘ ਪਹਿਲਾਂ ਸੰਗਰੂਰ ਦੇ ਵਿੱਚ ਰੇਲਵੇ ਸਟੇਸ਼ਨ ਉੱਪਰ ਇਹਨਾਂ ਕਾਨੂੰਨਾਂ ਦੇ ਖਿਲਾਫ ਧਰਨਾ ਦਿੰਦਾ ਰਿਹਾ ਤੇ ਹੁਣ ਧਰਨੇ ਦੇ ਵਿੱਚ ਦਿੱਲੀ ਦੇ ਵਿੱਚ ਵੀ ਉਹ ਸ਼ਾਮਲ ਸੀ ਅਤੇ 26 ਨਵੰਬਰ ਨੂੰ ਆ ਦਿੱਲੀ ਵਾਲੇ ਧਰਨੇ ਦੇ ਵਿੱਚ ਉਹ ਸ਼ਾਮਲ ਹੋਣ ਵਾਸਤੇ ਚਲਾ ਗਿਆ ਸੀ, ਜਿੱਥੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਹਾਕਮ ਸਿੰਘ ਨੂੰ ਠੰਡ ਲੱਗੀ ਤੇ ਉਹ ਬਿਮਾਰ ਹੋ ਗਿਆ। ਕਿਸਾਨ ਆਗੂਆਂ ਨੇ ਹਾਕਮ ਸਿੰਘ ਦੀ ਹਾਲਤ ਜ਼ਿਆਦਾ ਵਿਗੜਦੀ ਦੇਖ ਇਲਾਜ ਵਾਸਤੇ ਉਹਨਾਂ ਨੂੰ ਵਾਪਸ ਪਿੰਡ ਜਾਣ ਦੀ ਬੇਨਤੀ ਕੀਤੀ, ਜਿੱਥੇ ਬੀਤੀ ਸ਼ਾਮ ਹਾਕਮ ਸਿੰਘ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਹਾਕਮ ਸਿੰਘ ਦੀ ਪਤਨੀ ਕਾਫੀ ਸਮਾਂ ਪਹਿਲਾਂ ਇਸ ਜਹਾਨ ਤੋਂ ਕੂਚ ਕਰ ਚੁੱਕੇ ਹੈ, ਜਿਨ੍ਹਾਂ ਦੇ 2 ਪੁੱਤਰ ਨੇ, ਪਰ ਪੁੱਤਰਾਂ ਦਾ ਹਾਲੇ ਵਿਆਹ ਨਹੀਂ ਹੋਇਆ ਤੇ ਘਰ ਦੇ ਸਾਰੇ ਕੰਮ ਇੱਥੋਂ ਤੱਕ ਕਿ ਰੋਟੀ ਵਗੈਰਾ ਵੀ ਹਾਕਮ ਸਿੰਘ ਨੂੰ ਆਪ ਬਣਾਉਣੀ ਪੈਂਦੀ ਸੀ। ਆਗੂਆਂ ਨੇ ਦੱਸਿਆ ਕਿ 2 ਦਿਨ ਪਹਿਲਾਂ ਸਿਹਤ ਖਰਾਬ ਹੋਣ ਦੇ ਕਾਰਨ ਹਾਕਮ ਸਿੰਘ ਆਪਣੇ ਪਿੰਡ ਬਲਦ ਕਲਾਂ ਆ ਗਿਆ ਅਤੇ ਬੀਤੀ ਸ਼ਾਮ ਉਸ ਦੀ ਹਾਲਤ ਜ਼ਿਆਦਾ ਵਿਗੜੀ। ਪਰਿਵਾਰ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲੈ ਕੇ ਗਿਆ, ਪਰ ਡਾਕਟਰਾਂ ਨੇ ਸਿਰ ਨਾਂਹ ਵਿੱਚ ਫੇਰ ਦਿੱਤਾ, ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੌਕੇ ਆਗੂਆਂ ਨੇ ਹਾਕਮ ਸਿੰਘ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਿਆ, ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ ਹੈ। ਦੋਸਤੋ, ਲਗਾਤਾਰ ਇਹ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ ਤੇ ਨਾਲ ਮੈਂ ਤੁਹਾਨੂੰ ਇੱਕ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਇਸ ਮੋਰਚੇ ਦਾ ਹਿੱਸਾ ਬਣ ਚੁੱਕੇ ਹੋ ਜਾਂ ਹਿੱਸਾ ਬਣਨ ਜਾ ਰਹੇ ਹੋ ਤਾਂ ਆਪਣੇ ਨਾਲ ਗਰਮ ਕੱਪੜੇ ਜ਼ਰੂਰ ਲੈ ਕੇ ਜਾਇਓ, ਵਾਰਮਰ ਜ਼ਰੂਰ ਤੁਹਾਡੇ ਪਾਏ ਹੋਣ, ਕਿਉਂਕਿ ਬੀਤੇ ਦਿਨੀ ਮੈਨੂੰ ਫਿਰ ਇੱਕ ਵਾਰੀ ਉਹ ਗੱਲ ਯਾਦ ਆ ਜਾਂਦੀ ਹੈ। ਬੀਤੇ ਦਿਨੀ ਮੈਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਸੀ, ਆਪਣੇ ਇਸੇ ਚੈਨਲ ਦੇ ਉੱਤੇ ਜਾ ਕੇ ਦੇਖੀ ਜਾ ਸਕਦੀ ਹੈ। ਉਹਨਾਂ ਨੇ ਆਖਿਆ ਸੀ ਕਿ ਤਣਾਅ ਵੀ ਹੈ, ਠੰਡ ਵੀ ਹੈ, ਅਸੀਂ ਇਸ ਤਰ੍ਹਾਂ ਦੇ ਠੰਡ ਦੇ ਦਿਨਾਂ ਦੇ ਵਿੱਚ ਬਾਹਰ ਪੈਣ ਦੇ ਆਦੀ ਨਹੀਂ। ਉਹਨਾਂ ਨੇ ਕਿਹਾ ਸੀ ਕਿ ਹੋ ਸਕਦਾ ਬਹੁਤ ਸਾਰੇ ਲੋਕਾਂ ਦੀ ਠੰਡ ਲੱਗਣ ਦੇ ਕਾਰਨ, ਬਹੁਤ ਸਾਰੇ ਲੋਕਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀਆਂ ਸੰਭਾਵਨਾਵਾਂ ਨੇ। ਇਸ ਕਰਕੇ ਉਹਨਾਂ ਨੇ ਕੁਝ ਨੁਸਖੇ ਦਿੱਤੇ ਸੀ, ਉਹਨਾਂ ਨੇ ਕੁਝ ਇੱਕ ਦੱਸਿਆ ਸੀ ਕਿ ਆਹ ਸਾਵਧਾਨੀਆਂ ਵਰਤ ਕੇ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜੇ ਹਾਲੇ ਤੱਕ ਤੁਸੀਂ ਉਹ ਮੁਲਾਕਾਤ ਨਹੀਂ ਵੇਖੀ, ਕਿਰਪਾ ਕਰਕੇ ਉਹ ਮੁਲਾਕਾਤ ਵੇਖ ਲਿਓ ਤਾਂ ਕਿ ਆਪਾਂ ਇੱਕ ਕੀਮਤੀ ਜਾਨ ਬਚਾ ਸਕੀਏ। ਤੇ ਅਗਲੀ ਖਬਰ ਵੀ ਇਸ ਅੰਦੋਲਨ ਦੇ ਨਾਲ ਜੁੜੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨ ਧਰਨੇ ਦੇ ਵਿੱਚ ਉਸ ਵਕਤ ਹਫੜਾ ਦਫੜੀ ਹੋ ਗਈ
ਜਦੋਂ ਇੱਕ ਬਜ਼ੁਰਗ ਕਿਸਾਨ ਨੇ ਜ਼ਹਿਰ ਖਾ ਲਿਆ। ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਨੇ 65 ਵਰ੍ਹਿਆਂ ਦੇ ਨਿਰੰਜਨ ਸਿੰਘ ਧਰਨੇ ਤੇ ਬੈਠੇ ਸੀ ਅਤੇ ਧਰਨੇ ਤੇ ਬੈਠੇ ਹੀ ਉਹਨਾਂ ਨੇ ਜ਼ਹਿਰ ਖਾਧੀ ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਤ ਵਿਗੜਨ ਤੇ ਉਹਨਾਂ ਨੂੰ ਸੋਨੀਪਤ ਦੇ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੋਂ ਉਹਨਾਂ ਨੂੰ ਰੋਹਤਕ PGI ਰੈਫਰ ਕਰ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਦਿੱਲੀ ਬਾਰਡਰ ਤੇ ਇਸੇ ਧਰਨੇ ਦੇ ਦੌਰਾਨ ਸੰਤ ਰਾਮ ਸਿੰਘ ਹੋਰਾਂ ਨੇ ਸਿੰਘੂ ਬਾਰਡਰ ਤੇ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਸੀ। ਹੁਣ ਉਹਨਾਂ ਨੇ ਰਾਮ ਸਿੰਘ ਹੋਰਾਂ ਨੇ ਵੀ ਸੁਸਾਈਡ ਨੋਟ ਛੱਡਿਆ ਸੀ, ਜਿਸ ਵਿੱਚ ਉਹਨਾਂ ਨੇ ਕਿਸਾਨ ਬਿੱਲਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਸੀ। ਬੀਤੇ ਕਈ ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਵਿੱਚ ਸੰਤ ਰਾਮ ਸਿੰਘ ਵੀ ਸ਼ਾਮਲ ਸਨ। ਹੁਣ ਤੱਕ ਲਗਭਗ 33-34 ਮੌਤਾਂ ਹੋ ਚੁੱਕੀਆਂ ਨੇ। ਉਹਨਾਂ ਵਿੱਚੋਂ ਜ਼ਿਆਦਾ ਪੰਜਾਬ ਦੇ ਲੋਕ ਸਨ ਤੇ ਕੁਝ ਹਰਿਆਣੇ ਦੇ ਵੀ ਨੇ। ਹੁਣ ਇਹਨਾਂ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅਪੀਲ ਵੀ ਹੈ, ਭਾਵੇਂ ਨੌਜਵਾਨ ਹੋ, ਭਾਵੇਂ ਬਜ਼ੁਰਗੋ, ਬੱਚੇ ਹੋ, ਖੁਦਕੁਸ਼ੀ ਕਿਸੇ ਮਾਮਲੇ ਦਾ ਹੱਲ ਨਹੀਂ। ਖੁਦਕੁਸ਼ੀਆਂ ਨਾ ਕੀਤੀਆਂ ਜਾਣ। ਆਪਾਂ ਯੋਧੇ ਹਾਂ, ਰਣ ਦੇ ਵਿੱਚ ਡਟੇ ਰਹੀਏ, ਯੋਧਿਆਂ ਵਾਂਗ ਮੁਕਾਬਲਾ ਕਰੀਏ। ਪਰ ਦੱਸਣਾ ਬਣਦਾ, ਕੱਲ੍ਹ 2 ਦਿਨ ਪਹਿਲਾਂ ਦੀ ਉਹ ਕਹਾਣੀ ਹੈ ਸ਼ਾਇਦ, 22 ਵਰ੍ਹਿਆਂ ਦੇ ਇੱਕ ਨੌਜਵਾਨ, ਉਹ ਵੀ ਕੌਮੀ ਪੱਧਰ ਦੇ ਰੱਸਾਕਸ਼ੀ ਦੇ ਖਿਡਾਰੀ, ਉਹਨਾਂ ਨੇ ਵੀ ਇਸ ਅੰਦੋਲਨ ਤੋਂ ਪਿੰਡ ਪਰਤ ਕੇ ਖੁਦਕੁਸ਼ੀ ਕਰ ਲਈ ਸੀ। ਘਟਨਾ ਭਗਤਾ ਭਾਈਕਾ ਦੇ ਵਿੱਚ ਪੈਂਦੇ ਦਿਆਲਪੁਰ ਮਿਰਜ਼ੇ ਦੀ ਹੈ। ਹੁਣ ਜਦੋਂ ਇਸ ਤਰ੍ਹਾਂ ਦੀਆਂ ਖੁਦਕੁਸ਼ੀ ਦੀਆਂ ਖਬਰਾਂ ਲਗਾਤਾਰ ਮਿਲ ਰਹੀਆਂ ਨੇ ਤੇ ਉਹਦੇ ਤੋਂ ਕਿਤੇ ਨਾ ਕਿਤੇ ਲੋਕ ਮਾਯੂਸ ਹੁੰਦੇ ਨੇ, ਪਰ ਮਾਯੂਸ ਨਹੀਂ ਹੋਣਾ, ਖੁਦਕੁਸ਼ੀਆਂ ਨਹੀਂ ਕਰਨੀਆਂ, ਕਿਉਂਕਿ ਵਾਰ-ਵਾਰ ਕਹਿੰਦੇ ਆ ਕਿ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਨਹੀਂ। ਪਰ ਹੁਣ ਆਹ ਜਿਹੜੇ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਬਚ ਗਏ ਨੇ। ਪਰ ਜਦੋਂ ਪੁਲਿਸ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜਿਹੜਾ ਖੁਦਕੁਸ਼ੀ ਨੋਟ ਕੋਈ ਵਿਅਕਤੀ ਲਿਖ ਕੇ ਜਾਂਦਾ ਤਾਂ ਉਹਦੇ ਤੋਂ ਬਾਅਦ ਜਿਸ ਵਿਅਕਤੀ ਦਾ ਖੁਦਕੁਸ਼ੀ ਨੋਟ ਦੇ ਵਿੱਚ ਜ਼ਿਕਰ ਹੁੰਦਾ ਹੈ, ਉਹਨੂੰ ਗ੍ਰਿਫਤਾਰ ਕੀਤਾ ਜਾਂਦਾ, ਉਹ 'ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਉਹ ਕਹਿੰਦੇ ਮੈਂ ਬਚ ਗਿਆ। ਮੈਂ ਤੁਹਾਨੂੰ ਦੱਸਦਾ ਕਿ ਖੁਦਕੁਸ਼ੀ ਦਾ ਕਾਰਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ। ਉਹਨਾਂ ਦੇ ਕਾਰਨ ਮੈਂ ਆਪਣੇ ਆਪ ਨੂੰ ਮੌਤ ਦੇ ਗਲੇ ਲਾ ਰਿਹਾ ਸੀ। ਪਰ ਹੁਣ ਦੇਖੋ ਕਿ ਉਹਨਾਂ 'ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ। ਪਰ ਖੁਦਕੁਸ਼ੀ ਕਰਨ ਵਾਲੇ ਕਿਸਾਨ ਨਿਰੰਜਨ ਸਿੰਘ ਨੇ ਪੁਲਿਸ ਨੂੰ ਆਹ ਬਿਆਨ ਦਿੱਤੇ ਹੈ। ਸੋ ਅਗਲੀ ਗੱਲਬਾਤ ਇਹ ਹੈ ਕਿ ਕਿਸਾਨ ਆਗੂ ਨੂੰ ਇੱਕ ਚਿੱਠੀ ਆਈ ਹੈ। ਹੁਣ ਉਹਦੇ ਇਵਜ਼ ਦੇ ਵਿੱਚ ਜਾਂ ਉਹਦੇ ਬਦਲੇ ਦੇ ਵਿੱਚ ਕਿਸਾਨ ਆਗੂਆਂ ਨੇ ਆਖਿਆ, ਉਹ ਕਹਿੰਦੇ ਦੇਖੋ ਗੱਲਬਾਤ ਵਾਸਤੇ ਤਾਂ ਅਸੀਂ ਤਿਆਰਾਂ 'ਚ ਤਾਂ ਕਦੇ ਭੱਜੇ ਹੀ ਨਹੀਂ, ਅਸੀਂ ਤਾਂ ਕਹਿੰਦੇ ਹਾਂ ਕਿ ਟੇਬਲ ਟਾਕ ਹੋਣੀ ਚਾਹੀਦੀ ਹੈ, ਪਰ ਸਰਕਾਰ ਕੋਈ ਠੋਸ ਹੱਲ ਵੀ ਤਾਂ ਪੇਸ਼ ਕਰੇ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਇੱਕ ਚਿੱਠੀ ਭੇਜੀ ਗਈ, ਪਰ ਚਿੱਠੀ 'ਚ ਨਵਾਂ ਕੁਝ ਵੀ ਨਹੀਂ। ਭਾਰਤੀ ਕਿਸਾਨ ਯੂਨੀਅਨ ਆਗੂ ਨੇ ਰਾਕੇਸ਼ ਟਕੈਤ, ਉਹ ਕਹਿੰਦੇ ਸਰਕਾਰ ਨੇ ਆਪਣੀ ਚਿੱਠੀ ਦੇ ਵਿੱਚ ਕਿਹਾ ਕਿ ਉਹ ਨਵੇਂ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਆਪਣੀ ਪਹਿਲੀ ਤਜਵੀਜ਼ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੀ ਹੈ। ਉਹ ਕਹਿੰਦੇ ਮੈਨੂੰ ਇਹ ਦੱਸੋ ਕਿ ਇਸ ਮੁੱਦੇ ਤੇ ਜਾਂ ਸਰਕਾਰ ਦੀ ਤਜਵੀਜ਼ ਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸੋਧ ਨਾਲ ਗੱਲ ਬਣਨੀ ਨਹੀਂ। ਉਹ ਕਹਿੰਦੇ ਅਸੀਂ ਹਾਲ ਦੀ ਘੜੀ ਸਰਕਾਰ ਨੂੰ ਕੀ ਜਵਾਬ ਦੇਣਾ ਹੈ, ਇਸ ਤੇ ਵਿਚਾਰ ਵਟਾਂਦਰਾ ਅਸੀਂ ਕਰ ਰਹੇ ਹਾਂ, ਸਾਰੇ ਇਕੱਠੇ ਹੋ ਕੇ ਗੱਲਬਾਤ ਕਰਕੇ ਫਿਰ ਦੱਸਾਂਗੇ। ਦੱਸਣਾ ਬਣਦਾ ਕਿ 9 ਦਸੰਬਰ ਨੂੰ ਹੋਣ ਵਾਲੀ 6ਵੇਂ ਗੇੜ ਦੀ ਗੱਲਬਾਤ ਰੱਦ ਹੋਈ ਸੀ। 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਵਿਵੇਕ ਅਗਰਵਾਲ ਨੇ ਪੱਤਰ ਭੇਜ ਕੇ ਪੁੱਛਿਆ ਸੀ ਕਿ ਉਹ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਜਿਹੜੀ ਸਰਕਾਰ ਦੀ ਤਜਵੀਜ਼ ਹੈ, ਉਹਦੇ ਬਾਰੇ ਆਪਣੇ ਤੌਖਲੇ ਦੱਸਣ ਤੇ ਅਗਲੇ ਗੇੜ ਦੀ ਗੱਲਬਾਤ ਲਈ ਕੋਈ ਤਰੀਕ ਨਿਸ਼ਚਿਤ ਕਰਨ, ਤਾਂ ਜੋ ਇਸ ਅੰਦੋਲਨ ਨੂੰ ਛੇਤੀ ਖਤਮ ਕੀਤਾ ਜਾ ਸਕੇ। ਕਿਸਾਨ ਆਗੂ ਨੇ ਕੁਹਾੜ, ਉਹ ਕਹਿੰਦੇ ਸਰਕਾਰ ਦੀ ਚਿੱਠੀ ਵਿੱਚ ਨਵਾਂ ਕੁਛ ਵੀ ਨਹੀਂ, ਅਸੀਂ ਪਹਿਲਾਂ ਹੀ ਸਰਕਾਰ ਦੀ ਖੇਤੀ ਕਾਨੂੰਨ ਵਿੱਚ ਸੋਧ ਦੀ ਪੇਸ਼ਕਸ਼ ਰੱਦ ਕਰ ਚੁੱਕੇ ਹਾਂ। ਆਪਣੀ ਚਿੱਠੀ ਵਿੱਚ ਸਰਕਾਰ ਨੇ ਸਾਡੇ ਤੋਂ ਤਜਵੀਜ਼ ਤੇ ਵਿਚਾਰ ਵਟਾਂਦਰਾ ਕਰਨ ਲਈ ਤਰੀਕ ਦੱਸਣ ਲਈ ਕਿਹਾ। ਉਹ ਕਹਿੰਦੇ ਕਿ ਉਹਨਾਂ ਨੂੰ ਸਾਡੀਆਂ ਮੰਗਾਂ ਦਾ ਹਾਲੇ ਤੱਕ ਪਤਾ ਹੀ ਨਹੀਂ ਲੱਗ ਸਕਿਆ। ਕਮਾਲ ਦੀ ਗੱਲ ਆ, ਅਸੀਂ ਤਾਂ ਕਿੰਨੇ ਮਹੀਨਿਆਂ ਤੋਂ ਮੰਗਾਂ ਕਿਹੜੀਆਂ ਕਰ ਰਹੇ ਹਾਂ ਉਹ ਵੀ ਸਰਕਾਰ ਨੂੰ ਪਤਾ ਹੋਣਾ ਚਾਹੀਦੀਆਂ ਨੇ। ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਅਸੀਂ ਮੰਗਾਂ ਉਹਦੇ 'ਚ ਵੀ ਦੱਸ ਕੇ ਆਏ ਹਾਂ। ਸਾਡੀ ਨਵੀਂ ਕੋਈ ਮੰਗ ਨਹੀਂ, ਜਿਹੜੀਆਂ ਮੰਗਾਂ ਸਾਡੀਆਂ ਸੀ ਅਸੀਂ ਆਲਰੇਡੀ ਦੱਸ ਚੁੱਕੇ ਹਾਂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਹੋ ਸਕਦਾ ਕੱਲ੍ਹ ਨੂੰ ਮੀਟਿੰਗ ਹੋਵੇ, ਜਿਸ ਦੇ ਵਿੱਚ ਉਹ ਅਗਲੀ ਰਣਨੀਤੀ ਤੈਅ ਕਰਨਗੇ, ਵਿਚਾਰ ਵਟਾਂਦਰਾ ਕਰਨਗੇ ਕਿ ਅਸੀਂ ਮੀਟਿੰਗ ਕਰਨੀ ਹੈ ਜਾਂ ਜਿੰਨੀ ਦੇਰ ਸਾਨੂੰ ਠੋਸ ਹੱਲ ਨਹੀਂ ਦਿੱਤਾ ਜਾਂਦਾ ਮੀਟਿੰਗ ਨਹੀਂ ਕਰਨੀ। ਹੁਣ ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਇਹ ਸਾਫ਼ ਹੋਏਗਾ। ਹੁਣ ਤੁਸੀਂ ਦੇਖੋ, ਇਹ ਕਿਸਾਨ ਆਗੂ ਸਾਰੇ ਮੋਰਚਾ ਲਾ ਕੇ ਆਪਣੇ ਕਿਸਾਨ ਭਰਾਵਾਂ ਦੇ ਨਾਲ ਦਿੱਲੀ ਦੇ ਆਲੇ ਦੁਆਲੇ ਬੈਠੇ ਆ, ਪਰ ਪ੍ਰਧਾਨ ਮੰਤਰੀ ਮੋਦੀ ਪਤਾ ਲੱਗਿਆ ਕਿ ਕਿਸਾਨਾਂ ਨਾਲ 25 ਦਸੰਬਰ ਨੂੰ ਗੱਲਬਾਤ ਕਰਨਗੇ। ਇੱਕ ਪਾਸੇ ਪ੍ਰਦਰਸ਼ਨ ਤਿੱਖਾ ਹੋਈ ਜਾ ਰਿਹਾ, ਦਿੱਲੀ ਦੇ ਆਲੇ ਦੁਆਲੇ ਕਿਸਾਨ ਵੱਧਦੇ ਜਾ ਰਹੇ ਨੇ, ਲਗਾਤਾਰ ਡਟੇ ਹੋਏ ਨੇ, ਠੰਡ ਵਿੱਚ ਵੀ ਭਾਵੇਂ ਨਿੱਤ ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਪਰ ਜਾਣਕਾਰੀ ਮਿਲ ਰਹੀ ਹੈ ਕਿ ਖੇਤੀ ਕਾਨੂੰਨਾਂ ਦੇ ਪ੍ਰਤੀ
ਕਿਸਾਨਾਂ ਨੂੰ ਸਮਝਾਉਣ ਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਹੁਣ ਖੁਦ ਕਮਾਂਡ ਸੰਭਾਲ ਰਹੇ ਨੇ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਤੇ ਮੋਦੀ ਕਿਸਾਨਾਂ ਨਾਲ ਕਹਿੰਦੇ ਖੁਦ ਗੱਲਬਾਤ ਕਰਨਗੇ। ਇਸ ਬਾਬਤ ਉਹਨਾਂ ਦੀ ਪਾਰਟੀ ਨੇ ਜਾਣਕਾਰੀ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਯੂਪੀ ਦੇ ਵਿੱਚ 2500 ਥਾਵਾਂ ਤੇ ਕਿਸਾਨਾਂ ਦੇ ਨਾਲ ਡਾਇਲੌਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਦੇ ਯੂਪੀ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਅਤੇ ਪਾਰਟੀ ਨੇਤਾ ਰਾਧਾ ਮੋਹਨ ਸਿੰਘ ਨੇ ਇੱਕ ਵਰਚੁਅਲ ਮੀਟਿੰਗ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਜਿੰਨਾ ਭਲਾ ਕਰ ਰਹੀ ਹੈ, ਜੇਕਰ ਪਹਿਲਾਂ ਇੰਨਾ ਭਲਾ ਕੀਤਾ ਹੁੰਦਾ ਤਾਂ ਸ਼ਾਇਦ ਕਿਸਾਨਾਂ ਦੀ ਸਥਿਤੀ ਕੋਈ ਹੋਰ ਹੋਣੀ ਸੀ। ਦੱਸਣਾ ਬਣਦਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕੁਝ ਕੁ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਵੀ ਵਿਚਾਰ ਚਰਚਾ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਸਾਫ਼ ਕਿਹਾ ਸੀ ਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਖਤਮ ਨਹੀਂ ਕੀਤਾ ਜਾਏਗਾ। ਖਾਸ ਗੱਲ ਇਹ ਹੈ ਕਿ ਸਰਕਾਰ ਨੇ ਕਿਸਾਨਾਂ ਨੂੰ ਇੱਕ ਲਿਖਤੀ ਤਜਵੀਜ਼ ਭੇਜੀ, ਜਿਸ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ। ਇਸ ਪ੍ਰਸਤਾਵ ਵਿੱਚ ਸਰਕਾਰ ਨੇ ਸਪਸ਼ਟ ਕਿਹਾ ਸੀ ਕਿ MSP ਜਾਰੀ ਹੈ ਤੇ ਜਾਰੀ ਰਹੇਗੀ। ਇਸ ਦੇ ਬਾਵਜੂਦ ਕਹਿੰਦੇ ਦਿੱਲੀ ਦੇ ਵੱਖ-ਵੱਖ ਸਰਹੱਦਾਂ ਦੇ ਉੱਤੇ ਕਿਸਾਨ ਡਟੇ ਹੋਏ ਨੇ। ਪਰ ਹੁਣ ਇੱਥੇ ਇਹ ਆਪਣੇ ਆਪ ਦੇ ਵਿੱਚ ਆਹ ਜਿਹੜੀ ਖਬਰ ਸੀ, ਇਹ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਦਿੱਤੀ ਗਈ, ਮੈਂ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਹੁਣ ਅਸਲ ਦੇ ਵਿੱਚ ਦਾ ਦੂਸਰਾ ਪੱਖ ਕੀ ਹੈ? ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਕਰ ਸਕਦੇ ਆ, ਗੁਜਰਾਤ ਦੇ ਕੱਛ ਇਲਾਕੇ ਵਿੱਚ ਬੈਠੇ ਕਿਸਾਨਾਂ ਨਾਲ ਗੱਲਬਾਤ ਕਰ ਸਕਦੇ ਆ 25 ਦਸੰਬਰ ਨੂੰ ਯੂਪੀ ਦੇ ਕਿਸਾਨਾਂ ਨਾਲ ਗੱਲਬਾਤ ਕਰ ਸਕਦੇ ਆ, ਤਾਂ ਕੀ ਜਿਹੜੇ ਦਿੱਲੀ ਦੇ ਆਲੇ ਦੁਆਲੇ ਬੈਠੇ ਆ, ਜਿਹੜੇ ਮੰਗ ਵਾਰ-ਵਾਰ ਕਰ ਰਹੇ ਆ ਕਿ ਪ੍ਰਧਾਨ ਮੰਤਰੀ ਸਾਡੇ ਨਾਲ ਖੁਦ ਗੱਲ ਕਰਨ, ਉਹਨਾਂ ਨਾਲ ਗੱਲਬਾਤ ਕਿਉਂ ਨਹੀਂ? ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੇ ਠੋਸ ਗੱਲਾਂ ਨੇ ਜਿਹੜੀਆਂ ਦੱਸੀਆਂ ਜਾ ਸਕਦੀਆਂ ਨੇ, ਜਿਹੜੀਆਂ ਤੁਸੀਂ ਹੁਣ ਯੂਪੀ 'ਚ ਦੱਸਣ ਜਾ ਰਹੇ ਹੋ, ਪਹਿਲਾਂ ਮੱਧ ਪ੍ਰਦੇਸ਼ 'ਚ ਦੱਸੀਆਂ ਨੇ, ਉਹ ਤੋਂ ਪਹਿਲਾਂ ਗੁਜਰਾਤ 'ਚ ਦੱਸੀਆਂ ਨੇ, ਤਾਂ ਫਿਰ ਉਹ ਠੋਸ ਰਣਨੀਤੀ ਜਿਹੜੀ ਤੁਹਾਡੇ ਕੋਲ ਹੈ ਦਿੱਲੀ ਦੇ ਆਲੇ ਦੁਆਲੇ ਬੈਠੇ ਕਿਸਾਨਾਂ ਨੂੰ ਜਾਂ ਕਿਸਾਨ ਆਗੂ ਨੂੰ ਕਿਉਂ ਨਹੀਂ ਦੱਸੀ ਜਾ ਸਕਦੀ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤੇ ਹੈਰਾਨੀਜਨਕ ਗੱਲ ਹੈ। ਹੁਣ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੋਰਚਾ ਲਾਈ ਬੈਠੇ ਨੇ, ਉਹਨਾਂ ਨੇ ਖਦਸ਼ਾ ਪ੍ਰਗਟਾਇਆ ਕਿ ਨਵੇਂ ਕਾਨੂੰਨਾਂ ਨਾਲ ਘੱਟੋ ਘੱਟ ਸਮਰਥਨ ਮੁੱਲ ਅਤੇ ਮੰਡੀ ਵਿਵਸਥਾ ਖਤਮ ਹੋ ਜਾਏਗੀ। ਉਹ ਵੱਡੇ ਕਾਰਪੋਰੇਟਾਂ ਤੇ ਨਿਰਭਰ ਹੋ ਜਾਣਗੇ। ਇਸ ਮੁੱਦੇ ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਮੀਟਿੰਗਾਂ ਬੇਸਿੱਟਾ ਰਹੀਆਂ ਨੇ। ਕਿਸਾਨ ਕਹਿੰਦੇ ਨੇ ਕਿ ਅਸੀਂ ਇਹ ਕਾਨੂੰਨ ਰੱਦ ਕਰਵਾਉਣੇ ਨੇ, ਇਹ ਤੋਂ ਘੱਟ ਸਾਨੂੰ ਕੁਝ ਨਹੀਂ ਚਾਹੀਦਾ। ਤੇ ਦੂਸਰੀ ਗੱਲ ਇਹ ਕਿ ਜਿਹੜਾ ਅਧਿਕਾਰ ਕੇਂਦਰ ਸਰਕਾਰ ਦਾ ਹੈ ਨਹੀਂ, ਉਹਦੇ ਤੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਨੇ ਰਾਜਾਂ ਦੇ ਹੱਕਾਂ ਤੇ ਡਾਕਾ ਮਾਰਿਆ। ਤੇ ਦੋਸਤੋ, ਅਗਲੀ ਖਬਰ ਜਿਹੜੀ ਬੜੀ ਪੋਜ਼ਿਟਿਵ ਖਬਰ ਹੈ। ਬੀਤੇ ਕਈ ਦਿਨਾਂ ਤੋਂ ਪੋਜ਼ਿਟਿਵ ਨੋਟ ਤੇ ਆਪਾਂ ਰੋਜ਼ਾਨਾ ਪ੍ਰੋਗਰਾਮ ਛੱਡਦੇ ਹਾਂ। ਪ੍ਰਸਿੱਧ ਕਵੀ ਪੰਜਾਬੀ ਦੇ ਪਾਸ਼, ਉਹਨਾਂ ਦੀ ਇੱਕ ਇਨਕਲਾਬੀ ਕਵਿਤਾ ਗੁਣਗੁਣਾਉਂਦਾ ਉਮੀਦ ਨਾਲ ਲਵਰੇਜ਼ ਕਿਸਾਨ ਪੌਲ ਸੰਧੂ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ 400 ਕਿਲੋਮੀਟਰ ਸਾਈਕਲ ਚਲਾ ਕੇ ਫਰੀਦਕੋਟ ਤੋਂ ਟਿਕਰੀ ਪਹੁੰਚ ਗਿਆ। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਮੀਨਾ ਪਿੰਡ ਦੇ ਵਸਨੀਕ 45 ਵਰ੍ਹੇ ਦੇ ਪੌਲ ਸੰਧੂ ਨੇ ਦਿੱਲੀ ਹਰਿਆਣਾ ਦੀ ਹਾਲਤ ਤੇ ਬੜੀ ਉਤਸੁਕਤਾ ਦੇ ਨਾਲ ਕਿਸਾਨ ਨੇਤਾਵਾਂ ਦੇ ਫਿਰ ਜਾ ਕੇ ਭਾਸ਼ਣ ਸੁਣੇ। ਭਾਰਤੀ ਕਿਸਾਨ ਯੂਨੀਅਨ ਦੇ ਝੰਡੇ ਦੇ ਨਾਲ ਉਸਨੇ ਆਪਣੇ ਸਾਈਕਲ ਤੇ ਕਵਿਤਾ ਸਭ ਤੋਂ ਖਤਰਨਾਕ ਦਾ ਬੋਰਡ ਵੀ ਟੰਗਿਆ ਹੋਇਆ ਸੀ, ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਉਸਨੇ ਕਿਹਾ ਕਿ ਮੈਨੂੰ ਘਰ ਵਿੱਚ ਬੇਚੈਨੀ ਲਗਾਤਾਰ ਮਹਿਸੂਸ ਹੋ ਰਹੀ ਸੀ। ਗੱਲਬਾਤ ਕਰਦਿਆਂ ਪਾਲ ਸੰਧੂ ਨੇ ਦੱਸਿਆ ਕਿ ਮੈਂ ਆਪਣੇ ਸਾਥੀ ਕਿਸਾਨਾਂ ਦੀ ਸਥਿਤੀ ਬਾਰੇ ਜਾਣਨ ਤੋਂ ਬਾਅਦ ਖੁਦ ਤੇ ਕਾਬੂ ਨਹੀਂ ਰੱਖ ਸਕਿਆ, ਜਿਨ੍ਹਾਂ ਨੂੰ ਠੰਡੇ ਮੌਸਮ ਅਤੇ ਸਾਂਝੇ ਟੀਚੇ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਸਵੇਰੇ 19 ਦਸੰਬਰ ਨੂੰ 8 ਵਜੇ ਘਰੋਂ ਚੱਲਿਆ ਅਤੇ 20 ਦਸੰਬਰ ਸ਼ਾਮ 6:30 ਵਜੇ ਟਿਕਰੀ ਦੀ ਹੱਦ ਤੇ ਸਾਈਕਲ ਚਲਾ ਕੇ ਪਹੁੰਚ ਗਿਆ ਸੀ। ਰਸਤੇ ਦੇ ਵਿੱਚ ਜਦੋਂ ਉਸ ਨੂੰ ਪੁੱਛਿਆ ਗਿਆ ਕਿ 2 ਦਿਨ ਤੁਹਾਡੇ ਲੱਗਣੇ ਸੀ, ਖਾਣੇ ਦਾ ਪ੍ਰਬੰਧ ਘਰੋਂ ਕਰਕੇ ਤੁਰੇ ਸੀ, ਉਹ ਕਹਿੰਦੇ ਨਹੀਂ, ਗੁਰੂ ਦੇ ਉੱਤੇ ਭਰੋਸਾ ਸੀ। ਗੁਰੂ ਦੀ ਕਿਰਪਾ ਨਾਲ 400 ਕਿਲੋਮੀਟਰ ਦਾ ਵੀ ਮੈਨੂੰ ਪਤਾ ਨਹੀਂ ਲੱਗਿਆ। ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਮੈਨੂੰ ਰਸਤੇ ਵਿੱਚ ਖਾਣਾ ਕਿਵੇਂ ਮਿਲਦਾ ਰਿਹਾ। ਤੇ ਆਖਰਕਾਰ ਉਹ ਇਸ ਸੰਘਰਸ਼ ਦਾ ਹਿੱਸਾ ਬਣ ਚੁੱਕੇ ਹੈ। ਹੁਣ ਬੀਤੇ ਦਿਨਾਂ ਦੇ ਵਿੱਚ ਕੋਈ ਕਿਸਾਨ ਹੱਥ ਵਿੱਚ ਕਿਸਾਨੀ ਦਾ ਝੰਡਾ ਲੈ ਕੇ ਪੈਦਲ ਮਾਰਚ ਕਰਕੇ ਇੱਥੇ ਪਹੁੰਚਿਆ, ਕੋਈ ਸਾਈਕਲ ਤੇ ਪਹੁੰਚਿਆ ਤੇ ਕਿਸੇ ਨੇ ਖੂਨ ਦੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ, ਕਿਸੇ ਨੇ ਟੈਟੂ ਬਣਵਾ ਲਏ ਨੇ ਤੇ ਕੋਈ ਖੁਦਕੁਸ਼ੀ ਦੇ ਰਾਹ ਤੁਰ ਪਿਆ। ਪਰ ਅਖੀਰ ਨੂੰ ਗੱਲ ਇਹ ਹੈ ਕਿ ਇਸ ਵਕਤ ਪਿੰਡ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਨਾਊਂਸਮੈਂਟਸ ਹੋ ਰਹੀਆਂ ਨੇ ਕਿ ਦੱਸੋ ਭਾਈ, ਕੱਲ੍ਹ ਨੂੰ ਟਰਾਲੀ, ਕੱਲ੍ਹ ਨੂੰ ਟਰੈਕਟਰ, ਕੱਲ੍ਹ ਨੂੰ ਟਰੱਕ ਜਾਣਾ, ਕਿਹਨੇ ਜਾਣਾ? ਲੋਕ ਭੱਜ ਕੇ ਦੌੜ ਕੇ ਸੂਚੀਆਂ 'ਚ ਨਾਂ ਲਿਖਵਾ ਰਹੇ ਨੇ। ਸੰਘਰਸ਼ ਤਿੱਖਾ ਹੁੰਦਾ ਜਾ ਰਿਹਾ ਹੈ। ਸਰਕਾਰ ਨੂੰ ਕੰਨ ਖੋਲ੍ਹ ਕੇ ਤੇ ਅੱਖਾਂ ਖੋਲ੍ਹ ਕੇ ਇਸ ਸੰਘਰਸ਼ ਦੇ ਉੱਤੇ
ਗੌਰ ਕਰਨ ਅਤੇ ਕਿਸਾਨਾਂ ਦੀਆਂ ਮੰਗਾਂ ਵਿਚਾਰਨ ਦੀ ਜ਼ਰੂਰਤ ਹੈ। ਯੂਪੀ ਜਾਣ ਤੋਂ ਪਹਿਲਾਂ ਜੇ ਚੰਗਾ ਹੋਵੇ ਖੁਦ ਜਿਹੜੇ ਦਿੱਲੀ ਤੁਹਾਡੇ ਨੇੜੇ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕੇ, ਤਾਂ ਕਿ ਠੰਡ ਵਿੱਚ ਬੈਠੇ ਕਿਸਾਨ ਆਪਣੇ ਘਰਾਂ ਨੂੰ ਚਾਈਂ ਖੁਸ਼ੀ ਪਰਤ ਸਕਣ ਅਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖ ਸਕਣ। ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸੋ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ। ਤੁਹਾਡੇ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।